गुरु रूप साध संगत जी फतेह परवान करो। वाहेगुरु जी का खालसा वाहेगुरु जी की फतेह। मनुख दे जीवन दी उसारी उसदे संस्कारां ते निर्भर करदी है। ਇਹ ਸੰਸਕਾਰ ਉਸ ਨੂੰ ਤਿੰਨ ਸੋਮਿਆਂ ਤੋਂ ਮਿਲਦੇ ਹਨ, ਮਾਤਾ ਪਿਤਾ ਤੋਂ, ਨਿੱਜੀ ਅਨੁਭਵ ਜਾਂ ਤਜਰਬੇ ਰਾਹੀਂ ਤੇ ਸੰਗਤ ਤੋਂ। ਆਓ ਪਹਿਲਾਂ ਇਹਨਾਂ ਬਾਰੇ ਵਿਚਾਰ ਕਰੀਏ। ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਜੀਵਨ ਦਾ ਅਸਰ ਬੱਚੇ ਦੇ ਸੰਸਕਾਰਾਂ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਬਚਪਨ ਵਿੱਚ ਵੀ ਮਾਂ ਹੀ ਉਸਦੇ ਲਈ ਸਭ ਤੋਂ ਵੱਡੀ ਪ੍ਰੇਰਨਾ ਦਾ ਸਰੋਤ ਹੁੰਦੀ ਹੈ। ਚੰਗੇ ਮਾਤਾ ਪਿਤਾ ਦੀ ਸੰਤਾਨ ਸ਼ੁਭ ਗੁਣਾਂ ਨੂੰ ਸਹਿਜੇ ਹੀ ਧਾਰਨ ਕਰ ਲੈਂਦੀ ਹੈ। ਜਦੋਂ ਬੱਚਾ ਵੱਡਾ ਹੋ ਕੇ ਸੰਸਾਰ ਵਿੱਚ ਵਿਚਰਦਾ ਹੈ ਤਾਂ ਉਸਦੇ ਜੀਵਨ ਵਿੱਚ ਕੁਝ ਸੰਸਕਾਰ ਨਿੱਜੀ ਅਨੁਭਵ ਜਾਂ ਤਜਰਬੇ ਰਾਹੀਂ ਬਣਦੇ ਹਨ। ਤੀਸਰਾ ਤੇ ਮਹੱਤਵਪੂਰਨ ਸੋਮਾ ਹੈ ਸੰਗਤ। ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਸ ਲਈ ਦੂਸਰੇ ਦੀ ਸੰਗਤ ਤੇ ਉਸਦੇ ਵਿਚਾਰਾਂ ਦਾ ਅਸਰ ਬਹੁਤ ਜਲਦੀ ਕਬੂਲਦਾ ਹੈ। ਇਹਨਾਂ ਤਿੰਨਾਂ ਵਿੱਚੋਂ ਸੰਗਤ ਦਾ ਅਸਰ ਸਭ ਤੋਂ ਵੱਧ ਹੁੰਦਾ ਹੈ, ਕਿਉਂਕਿ ਮਨੁੱਖੀ ਜੀਵਨ ਦੀ ਨੀਂਹ ਵਿਚਾਰਾਂ ਉੱਤੇ ਨਿਰਭਰ ਹੈ ਤੇ ਵਿਚਾਰ ਸੰਗਤ ਵਿੱਚੋਂ ਜਨਮ ਲੈਂਦੇ ਹਨ। ਇਸ ਕਰਕੇ ਮਨੁੱਖ ਦੇ ਜੀਵਨ ਵਿੱਚ ਸੰਗਤ ਦਾ ਵਿਸ਼ੇਸ਼ ਸਥਾਨ ਹੈ। ਮਨੁੱਖੀ ਮਨ ਸ਼ਕਤੀ ਦਾ ਘਰ ਹੈ। ਜੇਕਰ ਇਸ ਨੂੰ ਚੰਗੀ ਸੇਧ ਮਿਲ ਜਾਵੇ ਤਾਂ ਇਹ ਸ਼ਕਤੀ ਸਿੱਧੇ ਪਾਸੇ ਲੱਗ ਕੇ ਮਨੁੱਖੀ ਆਚਰਣ ਦੀ ਉਸਾਰੀ ਕਰਦੀ ਹੈ। ਪਰ ਜੇ ਕੋਈ ਸੰਗਤ ਵਿੱਚ ਪੈ ਜਾਵੇ ਤਾਂ ਭੈੜੇ ਕੰਮਾਂ ਵਿੱਚ ਲੱਗ ਕੇ ਮਨੁੱਖੀ ਜੀਵਨ ਨੂੰ ਨਾਸ਼ ਵੀ ਕਰ ਸਕਦੀ ਹੈ। ਜਿਵੇਂ ਚੰਦਨ ਦੇ ਦਰਖਤ ਦੇ ਨੇੜੇ ਉੱਗਿਆ ਬੂਟਾ ਵੀ ਚੰਦਨ ਦੀ ਸੁਗੰਧੀ ਵਾਲਾ ਹੋ ਜਾਂਦਾ ਹੈ ਤੇ ਪਾਰਸ ਦੀ ਛੋਹ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਸਤ ਸੰਗਤ ਵਿੱਚ ਆ ਕੇ ਮਨ ਸੰਜਮ ਧਾਰਨ ਕਰਦਾ ਹੈ ਤੇ ਮਨੁੱਖ ਭਲਾਈ ਦੇ ਕੰਮਾਂ ਵਿੱਚ ਜੁਟਣ ਦੀ ਜਾਚ ਸਿੱਖਦਾ ਹੈ। ਮੇਰੀ ਅੱਜ ਦੀ ਵਿਚਾਰ ਦਾ ਵਿਸ਼ਾ ਹੈ ਸਤ ਸੰਗਤ। ਸਭ ਤੋਂ ਪਹਿਲਾਂ ਅਸੀਂ ਇਹ ਵੇਖਣਾ ਹੈ ਕਿ ਸਤ ਸੰਗਤ ਕੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਉਹ ਹੈ ਜਿੱਥੇ ਕੇਵਲ ਨਾਮ ਦੀ ਚਰਚਾ ਹੋਵੇ। ਗੁਰਬਾਣੀ ਤੇ ਸੰਗਤ ਦੇ ਮੇਲ ਨਾਲ ਹੀ ਸਤ ਸੰਗਤ ਬਣਦੀ ਹੈ। ਸਤ ਸੰਗਤ ਵਿੱਚ ਆਤਮਾ ਤੇ ਪਰਮਾਤਮਾ ਦੇ ਵਿਛੋੜੇ ਦੇ ਕਾਰਨਾਂ ਤੇ ਵਿਚਾਰ ਕੀਤੀ ਜਾਂਦੀ ਹੈ। ਕਿਹੜੇ ਉਗਨਾ ਕਰਕੇ ਪ੍ਰਾਣੀ ਪਰਮਾਤਮਾ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਕਿਹੜੇ ਗੁਣ ਗ੍ਰਹਿਣ ਕਰੇ ਕਿ ਉਹ ਪਰਮਾਤਮਾ ਦੇ ਨੇੜੇ ਹੋ ਸਕੇ। ਅਜਿਹਾ ਗਿਆਨ ਤਾਂ ਸਤ ਸੰਗਤ ਵਿੱਚ ਹੀ ਮਿਲ ਸਕਦਾ ਹੈ। ਸਤ ਸੰਗਤ ਨੂੰ ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਗੁਰੂ ਜੀ ਦੀ ਪਾਠਸ਼ਾਲਾ ਕਿਹਾ ਹੈ, ਜਿੱਥੇ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ। ਸਤ ਸੰਗਤ ਸਤਿਗੁਰ ਟਕਸਾਲ ਹੈ, ਜਿਤ ਹਰ ਗੁਣ ਸਿੱਖਾਂ। ਸਿੱਖ ਮਤ ਵਿੱਚ ਸਤ ਸੰਗਤ ਦਾ ਜੋ ਵਿਚਾਰ ਦਿੱਤਾ ਗਿਆ ਹੈ ਇਹ ਬਿਲਕੁਲ ਨਵਾਂ ਤੇ ਵੱਖਰਾ ਹੈ। ਹਿੰਦੁਸਤਾਨ ਦੇ ਪੁਰਾਣੇ ਮਤਾਂ ਵਿੱਚ ਵਿਅਕਤੀਗਤ ਆਚਰਣ ਦੀ ਉਸਾਰੀ ਤੇ ਬੜਾ ਜ਼ੋਰ ਦਿੱਤਾ ਗਿਆ ਸੀ। ਰਿਸ਼ੀ ਜੰਗਲਾਂ ਵਿੱਚ ਜਾ ਕੇ ਤਪ ਕਰਦੇ ਸਨ ਤੇ ਜੋਗੀ ਮਨ ਨੂੰ ਇਕਾਂਤ ਵਸ ਕਰਕੇ ਸਮਾਧੀ ਲਾ ਕੇ ਅਨਹਦ ਸ਼ਬਦ ਸੁਣਦੇ ਸਨ। ਭਾਵੇਂ ਇਸਲਾਮ ਧਰਮ ਵਿੱਚ ਮਿਲ ਜੁਲ ਕੇ ਨਮਾਜ਼ ਪੜ੍ਹਨ ਦਾ ਰਿਵਾਜ ਹੈ, ਪਰ ਇਸ ਇਕੱਠ ਵਿੱਚ ਖੁਦਾ ਦਾ ਵਾਸਤਾ ਨਹੀਂ ਮੰਨਿਆ ਜਾਂਦਾ। ਸਿੱਖ ਧਰਮ ਵਿੱਚ ਇਹ ਭਾਵਨਾ ਕੰਮ ਕਰਦੀ ਹੈ ਕਿ ਸਤ ਸੰਗਤ ਵਿੱਚ ਵਾਹਿਗੁਰੂ ਤੇ ਗੁਰੂ ਨਿਵਾਸ ਕਰਦੇ ਹਨ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤਿਗੁਰਾਂ ਨੇ ਇਕਾਂਤ ਦੀ ਥਾਂ ਸਤ ਸੰਗਤ ਤੇ ਸੰਨਿਆਸ ਦੀ ਥਾਂ ਗ੍ਰਸਤ ਮਾਰਗ ਦੱਸਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਇੱਕ ਸਿੱਖ ਦੋਏ ਸਾਧ ਸੰਗ। ਭਾਵ ਇੱਕ ਸਿੱਖ ਹੈ, ਪਰ ਜਦੋਂ ਨਾਮ ਬਾਣੀ ਤੇ ਗੁਰਮਤ ਵਿਚਾਰਾ ਕਰਨ ਲਈ ਦੋ ਸਿੱਖ ਮਿਲਦੇ ਹਨ ਤਾਂ ਉਹ ਸੰਗਤ ਦਾ ਰੂਪ ਹੁੰਦੇ ਹਨ। ਸਤ ਸੰਗਤ ਵਿੱਚ ਪ੍ਰਾਣੀ ਨਿੰਦਾ, ਚੁਗਲੀ, ਈਰਖਾ ਤੇ ਬੇਈਮਾਨੀ ਆਦਿ ਔਗਣ ਦੂਰ ਕਰਕੇ ਸਤ, ਸੰਤੋਖ, ਸੇਵਾ, ਖਿਮਾ ਤੇ ਨਿਮਰਤਾ ਆਦਿ ਗੁਣ ਸਿੱਖਦਾ ਹੈ। ਗੁਰਬਾਣੀ ਵਿੱਚ ਫੁਰਮਾਨ ਹੈ, ਉਤਮ ਸੰਗਤ ਉਤਮ ਹੋਵੇ, ਗੁਣ ਕੋ ਧਾਵੈ ਅਵਗੰਤ ਹੋਵੇ।
पर इसदे उल्ट कुसंगत करन नाल मनुख दा जीवन विकारां नाल भर जांदा है। भगत कबीर जी दे अनुसार कुसंगत दी मार मनुख नूं अजिही पैंदी है जिवें बेरी दे बूटे पास उगे होए केले दा हाल हुंदा है। ज्यों-ज्यों बेरी पसरदी है ओ गरीब केला चीरिया जांदा है। कबीर मारी मरो कुसंग की, केले निकट जो बेर, ओह झूलै ओह चीरिए साकत संग ना है। कई बार वेखण विच आउंदा है कि कई प्राणी सत संगत विच जांदे भी हन पर संगत दा असर कबूल नहीं करते। सत संगत विच बैठे होए भी अशांत ते सखने रहंदे हन। इस विच दोष सत संगत दा नहीं, दोष है ऐसे जग्यासू दा जो सत संगत विच जान समय अपने मन नूं निमरता नाल भरन दी थां कठोरता नाल भर के लै जांदा है। भगत कबीर जी इस गल दा जिक्र करदियां होया चंदन ते बांस दा प्रमाण दिंदे हन। आप कहंदे हन जिथे सारी बनस्पति चंदन तो खुशबू लैंदी है उथे नजदीक खड़ोता होया बांस अपनी उचाई दे विमान ते अंदरों थोथा होने करके चंदन दी संगत तो सुगंधी नहीं लै सकदा। इसे तरह भाई इस कारण ही भगत कबीर जी ने फरमाया है, कबीर बांस बुढ़ाई बुढ़िया एव मत डूबो कोए, चंदन के निकटे बसै बांस सुगंध ना होए। मनुख नूं इस उदाहरण तो सबक लेना चाहिए है ते होमै हंकार नूं दूर करके सत संगत तो लाभ लेना चाहिए है। इहो ही हालत साडा है। सत संगत विच बैठ के कथा कीर्तन तां सुन रहे हुंदे हां पर अपने जीवन दी बेड़ी नूं होर कम्मां कारां ते संसारक मोह आदि नाल बन्नी रखदे हां। बैठे सत संगत विच हुंदे हां पर सुरत घर दे कम्मां विच जुड़ी हुंदी है। इसे कारण साडे अंदर सत संगत विच जाके भी कोई परिवर्तन नहीं आउंदा ते दुखां कलेशां दा नाश नहीं हुंदा। भगत इस करके ही गुरु जी ने फरमाया है, सतगुर नो सबको वेखदा जेता जगत संसार, डिठै मुकत ना होवई जिच्चर शब्द ना करे विचार। सतगुरु जी का फैसला बड़ा स्पष्ट है कि केवल दर्शन नाल मुक्ति नहीं मिलती जद तक जीव सतगुरु जी दे शब्द नूं नहीं विचारदा, क्योंकि विचार करन तो बिना अहंकार रूप मन दी मैल नहीं उतरदी ते नाम विच प्यार नहीं बनदा। सो गुरु जी दे इन्हां बचनां तो सिखां नूं सबक लेना चाहिए है ते गुरसिखां नूं हिरदे अंदर नाम दे प्रगास लई ते हर गुण सीखण लई सत संगत विखे नितनेम नाल जाना चाहिए है। सत संगत दा लाभ उसनों ही प्राप्त हुंदा है जो मन नूं एकाग्र करके कथा कीर्तन सुने। इस तरह ते असीं अक्सर कई बार देखते हैं कि कई प्राणी सत संगत विच आके अपना लगभग करना शुरू कर दिंदे हन। इस तरह सतगुर जी दी खुशी परवाह नहीं हो सकती उन्हां नूं। इस सिख इतिहास ऐसियां घटनावां नाल भरिया पिया है जो गवाह हन कि सत संगत विच आके जीवन सवर जांदा है। असीं सारे जानते हैं कि सज्जन ठग ने गुरु नानक देव जी पासों एक शब्द सुनिया जिस दे नाल उसदा मन बदल गया ते ठगी करनी छड़ दित्ती। गुरु जी दा सिख बन गया ते लोकां दी सेवा करन लग पिया। इह सत्संगत दा ही फल है। इसी तरह भाई बिधि चंद गुरु जी दी शरण विच आउण तो पहला चोरी करया करदा सी। सिखां ने भाई बिधि चंद नूं सिखां दा सेनापति ते प्रचारक बना दिता। इसलिए सिख नित अरदास करते समय परमात्मा पासों गुरमुखा दी संगत भाव सत्संगत दी प्राप्ति लई जोदड़ी करते हुए कहते हैं, सही प्यारे मेल जिन्ना मिलिया तेरा नाम चित आवे। सो आपां सारे वड्डे भागां वाले हां क्योंकि सानू सत्संगत करन दा सुभाग प्राप्त होया है। गुरबाणी विच फरमान है, बिन भागा सत संग ना लभै, बिन संगत मैल भरीजै जियो। सो अंत विच मैं यही कहना चाहांगी, जिथे आपां सत्संगत करनी है उत्थे बच्चियां नू भी प्रेर के जरूर लियाइए। इस तरह करन नाल साडा जीवन सफल बन सकेगा ते असीं वाहिगुरू जी दे दर ते परवान हो सकांगे। इन्ने शब्द कहंदी हुई
ਖਿਮਾ ਦੀ ਜਾਚਕ ਹਾਂ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।